ਧੰਨ ਧੰਨ ਸੰਤ ਬਾਬਾ ਅਤਰ ਸਿੰਘ ਜੀ। ਜੀਵਨ ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜ ਮਸਤੂਆਣਾ ਸਾਹਿਬ ਵਾਲੇ ਫੌਜ ਵਿੱਚ ਭਰਤੀ ਹੋਣਾ, ਅੰਮ੍ਰਿਤ ਛਕਣਾ ਤੇ ਰਿਜ਼ਰਵਿਸਟ ਬਣ ਕੇ ਫੌਜ ਵਿੱਚੋਂ ਚਲੇ ਆਉਣਾ। ਸੰਤ ਜੀ ਨੂੰ ਸਾਰਾ ਨਗਰ ਸਾਧੂ ਦੇ ਸ਼ਬਦ ਨਾਲ ਪੁਕਾਰਨ ਲੱਗ ਪਿਆ। ਆਪ ਭਰ ਜਵਾਨ ਹੋ ਗਏ, ਮੁੱਛ ਫੁੱਟ ਪਈ, ਕੱਦ ਪੂਰਾ 6 ਫੁੱਟ ਹੋ ਗਿਆ, ਰੰਗ ਗੋਰਾ ਤੇ ਭਰਮਾ ਸਰੀਰ ਬਹੁਤ ਸੋਹਣਾ ਲੱਗਣ ਲੱਗ ਪਿਆ। ਘਰ ਦਾ ਕੰਮਕਾਰ ਥੋੜ੍ਹਾ ਕਰਦੇ ਪਰ ਜ਼ਿਆਦਾ ਸਮਾਂ ਭਜਨ ਤੇ ਸਾਧ ਸੰਤ ਦੀ ਸੇਵਾ ਲਈ ਲਾਉਂਦੇ। ਇੱਕ ਦਿਨ ਅੰਮ੍ਰਿਤ ਵੇਲੇ ਹੀ ਆਪਣੀ ਮਾਤਾ ਜੀ ਦੇ ਚਰਨ ਫੜ ਕੇ ਕੋਲ ਬੈਠ ਗਏ ਤੇ ਨਿਮਰਤਾ ਸਹਿਤ ਬੇਨਤੀ ਕੀਤੀ, ਮਾਤਾ ਜੀ ਮੈਨੂੰ ਆਗਿਆ ਦਿਓ ਕਿ ਮੈਂ ਫੌਜ ਵਿੱਚ ਭਰਤੀ ਹੋ ਜਾਵਾਂ। ਸਾਡੇ ਨਗਰ ਦੇ ਕਈ ਜਵਾਨ ਭਰਤੀ ਹੋ ਰਹੇ ਹਨ, ਮੈਂ ਵੱਡਾ ਅਹੁਦਾ ਪਾਵਾਂਗਾ, ਆਪ ਤਸੱਲੀ ਰੱਖੋ ਤੇ ਜ਼ਰੂਰ ਆਗਿਆ ਦਿਓ। ਮਾਤਾ ਜੀ ਦਾ ਪੁੱਤਰ ਨਾਲ ਬਹੁਤ ਮੋਹ ਸੀ ਪਰ ਆਗਿਆ ਦੇ ਦਿੱਤੀ। ਸੰਮਤ 1940 ਵਿੱਚ ਪਿੰਡ ਦੇ ਇੱਕ ਹੋਰ ਮੁੰਡੇ ਨਾਲ ਧਰਮਕੋਟ ਗਏ। ਆਪ ਦਾ ਨਾਵਾਂ ਤਾਂ ਲੱਗ ਗਿਆ ਪਰ ਦੂਜਾ ਜਵਾਨ ਪਿੰਡ ਮੁੜ ਆਇਆ। ਆਪ ਨੂੰ ਕੁਹਾੜ ਛਾਵਣੀ ਤੋਪਖਾਨੇ ਵਿੱਚ ਭੇਜ ਦਿੱਤਾ ਗਿਆ। 1 ਸਾਲ ਇੱਥੇ ਰਹੇ। ਸਾਰਾ ਦਿਨ ਹੀ ਰੁਝੇਵਾਂ ਬਹੁਤ ਰਹਿੰਦਾ। ਘੋੜੇ ਦੀ ਮਾਲਿਸ਼, ਸਫਾਈ, ਪਰੇਡ ਆਦਿਕ ਕਰਦੇ। ਵਿੱਦਿਆ ਪ੍ਰਾਪਤੀ ਤੇ ਸਿਮਰਨ ਲਈ ਸਮਾਂ ਘੱਟ ਮਿਲਦਾ। ਇੱਕ ਦਿਨ ਆਪ ਨੂੰ ਸੂਬੇਦਾਰ ਦਲੇਲ ਸਿੰਘ ਮਿਲੇ ਜੋ ਚੀਮਾ ਨਗਰ ਦੇ ਹੀ ਸਨ ਤੇ 54 ਸਿੱਖ ਪਲਟਨ ਵਿੱਚ ਕੁਹਾਟ ਹੀ ਅਫਸਰ ਸਨ। ਸੁੱਖ ਸਾਂਦ ਪੁੱਛੀ ਗਿੱਛੀ ਗਈ ਤਾਂ ਆਪ ਨੇ ਦੱਸਿਆ ਕਿ ਜਿਸ ਮਨਸਾ ਨਾਲ ਨੌਕਰੀ ਕੀਤੀ ਸੀ ਉਹ ਪੂਰੀ ਨਹੀਂ ਹੋ ਰਹੀ। ਤੋਪਖਾਨੇ ਵਿੱਚ ਕੰਮ ਹੀ ਬਹੁਤ ਰਹਿੰਦਾ ਹੈ। ਸੂਬੇਦਾਰ ਜੀ ਆਪ ਨੂੰ ਆਪਣੀ ਪਲਟਨ ਵਿੱਚ ਬਦਲੀ ਕਰਵਾ ਲੈਣ ਦਾ ਵਚਨ ਦਿੱਤਾ। ਸੂਬੇਦਾਰ ਜੀ ਬਹੁਤ ਗੁਰਮੁਖ ਤੇ ਬੰਦਗੀ ਕਰਨ ਵਾਲੇ ਗੁਰਸਿੱਖ ਸਨ। ਅਫਸਰਾਂ ਵਿੱਚ ਆਪ ਦੀ ਚੰਗੀ ਇੱਜ਼ਤ ਸੀ। ਆਪ ਨੇ ਜਲਦੀ ਹੀ ਸੰਤ ਜੀ ਦੀ ਬਦਲੀ ਕੰਪਨੀ ਨੰਬਰ 7 54 ਸਿੱਖ ਪਲਟਨ ਵਿੱਚ ਕਰਵਾ ਲਈ। 6 ਮਹੀਨੇ ਪਿੱਛੋਂ ਸੰਤ ਜੀ 2 ਮਹੀਨੇ ਦੀ ਛੁੱਟੀ ਆਪਣੇ ਨਗਰ ਆਏ ਤੇ ਸਾਵਨ ਭਾਦੋਂ ਚੀਮੇ ਹੀ ਰਹੇ। 5-7 ਦਿਨ ਲਈ ਜਵਾਹਰ ਕੀ ਭੈਣ ਜੀ ਨੂੰ ਵੀ ਮਿਲਣ ਗਏ। ਆਪ ਨੇ ਡੇਰਾ ਭਾਈ ਬੂਟਾ ਸਿੰਘ ਜੀ ਦੀ ਸੇਵਾ ਕਰਵਾਈ ਜਿੱਥੇ ਕਿ ਨਿੱਕਿਆ ਹੁੰਦਾ ਆਪ ਨੇ ਗੁਰਮੁਖੀ ਪੜ੍ਹੀ ਸੀ। ਜਦੋਂ ਆਪ ਛੁੱਟੀ ਤੇ ਸਨ ਤੇ ਆਪ ਦੇ ਵਿਆਹ ਦਾ ਚਰਚਾ ਕਈ ਘਰਾਂ ਵਿੱਚ ਹੋਣ ਲੱਗਾ। ਸਰਦਾਰ ਜਵਾਹਰ ਸਿੰਘ ਪਿੰਡ ਬਡਰੁੱਖਾਂ ਵਾਲਾ ਤੇ ਉਸਦੀ ਸੁਪਤਨੀ ਧਰਮ ਕੌਰ ਜੀ ਆਪ ਨੂੰ ਵੇਖ ਗਏ ਸਨ। ਸਲਾਹ ਕਰਕੇ ਸ਼ਗਨ ਦੇਣ ਆਏ ਤਾਂ ਆਪ ਵਾਪਸ ਨੌਕਰੀ ਤੇ ਜਾ ਚੁੱਕੇ ਸਨ। ਇਹਨਾਂ ਦੋਹਾਂ ਨੇ ਆਪ ਦੀ ਸਗਾਈ ਆਪ ਦੇ ਪਿਤਾ ਦੀ ਝੋਲੀ ਪਾ ਦਿੱਤੀ। ਸਰਦਾਰ ਕਰਮ ਸਿੰਘ ਨੇ ਪਲਟਨ ਵਿੱਚ ਚਿੱਠੀ ਭੇਜੀ ਕਿ ਆਪ ਦੀ ਸਗਾਈ ਇਸ ਤਰ੍ਹਾਂ ਕਰ ਦਿੱਤੀ ਗਈ। ਆਪ ਨੇ ਮੁੜਦੀ ਡਾਕ ਰਾਹੀਂ ਉੱਤਰ ਦਿੱਤਾ ਕਿ ਸਾਨੂੰ ਸ਼ਾਦੀ ਕਰਨ ਦਾ ਰੱਬੀ ਹੁਕਮ ਨਹੀਂ। ਜੇਕਰ ਸ਼੍ਰੀ ਜੀਵਨ ਸਿੰਘ ਤੇ ਉਹਨਾਂ ਦਾ ਪਰਿਵਾਰ ਮੰਨ ਜਾਵੇ ਤਾਂ ਆਪਣੀ ਲੜਕੀ ਮਹਾਕੌਰ ਦੀ ਸ਼ਾਦੀ ਮੇਰੇ ਛੋਟੇ ਭਾਈ ਜੈ ਸਿੰਘ ਨਾਲ ਕਰ ਦੇਣ। ਦੋਵੇਂ ਪਰਿਵਾਰ ਸਤਸੰਗੀ ਸਨ ਸੋ ਐਸਾ ਹੀ ਕੀਤਾ ਗਿਆ। ਅੰਗਰੇਜ਼ਾਂ ਨੇ ਪੰਜਾਬ ਫਤਿਹ ਕਰ ਲੈਣ ਪਿੱਛੋਂ ਕੁਝ ਸਾਲ ਤਾਂ ਸਿੱਖਾਂ ਦੀ ਭਰਤੀ ਫੌਜਾਂ ਵਿੱਚ ਨਹੀਂ ਸੀ ਜਾਰੀ ਕੀਤੀ। ਭਰਤੀ ਜਾਰੀ ਕਰਕੇ ਸਿੱਖਾਂ ਨੂੰ ਧਰਮ ਵਿੱਚ ਪਰਪੱਕ ਜ਼ਬਾਨ ਬਣਾਈ ਰੱਖਣ ਵਿੱਚ ਉਹਨਾਂ ਨੇ ਆਪਣੇ ਰਾਜ ਲਈ ਬਹੁਤ ਲਾਭਦਾਇਕ ਕੰਮ ਕੀਤਾ। ਸੋ ਫੌਜਾਂ ਵਿੱਚ ਅੰਮ੍ਰਿਤ ਸੰਚਾਰ ਸਮੇਂ-ਸਮੇਂ ਹੁੰਦਾ ਰਹਿੰਦਾ ਤੇ ਰਹਿਤ ਰੱਖਣ ਪਰ ਜ਼ੋਰ ਦਿੱਤਾ ਜਾਂਦਾ। ਕੁਰਹਿਤ ਕਰਨ ਵਾਲੇ ਨੂੰ ਸਜ਼ਾ ਦਿੱਤੀ ਜਾਂਦੀ। ਉਸ ਸਮੇਂ ਫੌਜਾਂ ਵਿੱਚ ਅੰਮ੍ਰਿਤ ਛਕਾਉਣ ਦੀ ਸੇਵਾ ਸਿੱਖ ਪੰਥ ਦੇ ਪ੍ਰਸਿੱਧ ਕਥਾਕਾਰ ਗਿਆਨੀ ਠਾਕੁਰ ਸਿੰਘ ਜੀ ਅੰਮ੍ਰਿਤਸਰ ਵਾਲੇ ਕਰਿਆ ਕਰਦੇ ਸਨ। ਗਿਆਨੀ ਜੀ ਕੁਹਾੜ ਛਾਵਣੀ ਆਏ ਤੇ 54 ਸਿੱਖ ਪਲਟਨ ਵਿੱਚ ਵੀ ਬਹੁਤ ਸਾਰੇ ਜਵਾਨਾਂ ਨੂੰ ਅੰਮ੍ਰਿਤ ਛਕਾਇਆ। ਜਵਾਨ ਤਾਂ ਕੋਸੀ ਇਸ਼ਨਾਨ ਕਰਕੇ ਸਾਰੇ ਕਕਾਰ ਸਜਾ ਕੇ ਫੌਜੀ ਗੁਰਦੁਆਰੇ ਸਾਹਿਬ ਵਿੱਚ ਹਾਜ਼ਰ ਹੋ ਗਏ। ਆਪ ਜੀ ਨਾਲ ਭਾਈ ਜੋਤ ਸਿੰਘ ਜੀ ਗ੍ਰੰਥੀ, ਸੂਬੇਦਾਰ ਦਲੇਲ ਸਿੰਘ ਜੀ, ਹਵਲਦਾਰ ਹੀਰਾ ਸਿੰਘ ਜੀ ਪਲਟਨ ਵਿੱਚੋਂ ਤਿਆਰ ਹੋ ਕੇ ਪੁੱਜ ਗਏ। 5ਵੇਂ ਪਿਆਰੇ ਦੀ ਭਾਲ ਵਿੱਚ ਸਨ ਕਿ ਇੱਕ ਬਹੁਤ ਦਿਦਾਰੀ ਨਿਹੰਗ ਸਿੰਘ ਜੀ ਨੇ ਗੁਰਦੁਆਰੇ ਆ ਫਤਿਹ ਗਜਾਈ। ਗਿਆਨੀ ਠਾਕੁਰ ਸਿੰਘ ਜੀ ਨੇ ਬੇਨਤੀ ਕੀਤੀ, ਆਪ ਸਾਡੇ ਨਾਲ ਅੰਮ੍ਰਿਤ ਪ੍ਰਚਾਰ ਲਈ ਤਿਆਰ ਹੋਣ ਦੀ ਕਿਰਪਾ ਕਰੋ। ਆਪ ਨੇ ਭਲੇ ਵੇਲੇ ਦਿਦਾਰੇ ਦਿੱਤੇ ਹਨ। ਨਿਹੰਗ ਸਿੰਘ ਜੀ ਨੇ ਗੱਜ ਕੇ ਕਿਹਾ, ਖਾਲਸਾ ਸਤਿਗੁਰੂ ਕਲਗੀਆਂ ਵਾਲੇ ਦੇ ਹੁਕਮ ਵਿੱਚ ਇਸੇ ਕਾਰਜ ਲਈ ਕਮਰਾ ਕੱਸਾ ਕਰਕੇ ਆਇਆ ਹਾਂ। ਗ੍ਰੰਥੀ ਜੋਤ ਸਿੰਘ ਜੀ ਨੇ ਸਭ ਅੰਮ੍ਰਿਤ ਅਭਿਲਾਖੀਆਂ ਨੂੰ ਦਿਲ ਵਿੱਚ ਵਾਹਿਗੁਰੂ 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 ਦਾ ਜਾਪ ਕਰਦੇ ਰਹਿਣ ਲਈ ਹੁਕਮ ਕੀਤਾ ਤੇ ਸਾਰੇ ਪਿਆਰਿਆਂ ਦੀ ਸੁਧਾਈ ਕਰਕੇ ਅਰਦਾਸ ਕੀਤੀ, ਹੇ ਸੱਚੇ ਪਾਤਸ਼ਾਹ ਆਪਣੀ ਕਲਾ ਦੁਆਰਾ ਭੁਜੰਗੀ ਆਪ ਦੀ ਦਰਗਾਹ ਵਿੱਚ ਅੰਮ੍ਰਿਤ ਦੀ ਦਾਤ ਲੈਣ ਲਈ ਹਾਜ਼ਰ ਹੋਏ ਹਨ। ਇਹਨਾਂ ਦੇ ਹਿਰਦੇ ਵਿੱਚ ਪ੍ਰੇਮ ਰਸ, ਬੀਰ ਰਸ, ਨਾਮ ਰਸ ਸਿੰਚਨਾ ਤੇ ਸਿੱਖੀ ਕੇਸਾਂ ਸੰਗ ਨਿਭਾਉਣੀ। ਮਰਿਆਦਾ ਅਨੁਸਾਰ ਅੰਮ੍ਰਿਤ ਦਾ ਬਾਟਾ ਤਿਆਰ ਹੋ ਜਾਣ ਪਰ ਸਭ ਨੂੰ ਅੰਮ੍ਰਿਤ ਛਕਾਇਆ ਗਿਆ। ਰਹਿਤ ਦੱਸੀ ਗਈ। 4 ਵੱਡੀਆਂ ਕੁਰੀਤੀਆਂ ਤੋਂ ਬਚਣ ਲਈ ਤਾਕੀਦ ਕੀਤੀ ਗਈ। ਕੜਾਹ ਪ੍ਰਸ਼ਾਦ ਵਰਤਿਆ। ਨਿਹੰਗ ਸਿੰਘ ਜੀ ਪ੍ਰਸ਼ਾਦ ਲੈ ਕੇ ਆਏ, ਹੋਰ ਤਾਂ ਸਭ ਆਪੋ ਆਪਣੀਆਂ ਕੰਪਨੀਆਂ ਵਿੱਚ ਚਲੇ ਗਏ ਪਰ ਸੰਤ ਜੀ ਗੁਰਦੁਆਰੇ ਸਾਹਿਬ ਜੀ ਗ੍ਰੰਥੀ ਦੀ ਸੇਵਾ ਲਈ ਟਿਕ ਗਏ। ਸੂਬੇਦਾਰ ਦਲੇਲ ਸਿੰਘ ਜੀ ਨੇ ਆਪ ਦਾ ਪਹਿਰਾ ਮਾਫ ਕਰਵਾ ਦਿੱਤਾ ਤੇ ਆਪ ਜੀ ਗੁਰਦੁਆਰਾ ਸਾਹਿਬ ਵਿੱਚ ਸੇਵਕ ਦੇ ਤੌਰ ਤੇ ਸੇਵਾ ਕਰਦੇ ਰਹੇ।
ਫੌਜੀ ਕੰਮ ਦੀ ਸਿਖਲਾਈ ਵਿੱਚ ਆਪ ਨਿਪੁੰਨ ਹੋ ਚੁੱਕੇ ਸਨ। ਆਪ ਚਾਂਦਮਾਰੀ ਵਿੱਚ ਸਾਰੀ ਫੌਜ ਵਿੱਚੋਂ ਚੰਗੇ ਰਹਿੰਦੇ। ਆਪ ਦੀ ਗੋਲੀ ਸਦਾ ਗੁਲਜੜੀ ਠੀਕ ਨਿਸ਼ਾਨੇ ਪਰ ਲੱਗਦੀ। ਸਵੇਰੇ ਪਰੇਡ ਕਰ ਆਉਂਦੇ ਤੇ ਸਾਰਾ ਦਿਨ ਗੁਰਦੁਆਰੇ ਸਾਹਿਬ ਵਿੱਚ ਝਾੜੂ ਦੇਣਾ, ਦਰੀਆਂ ਝਾੜਨੀਆਂ, ਗ੍ਰੰਥੀ ਸਾਹਿਬ ਲਈ ਪ੍ਰਸ਼ਾਦਾ ਤਿਆਰ ਕਰਨਾ ਆਦਿਕ ਡਿਊਟੀਆਂ ਲਗਨ ਨਾਲ ਕਰਦੇ ਰਹੇ। ਦੁਪਹਿਰ ਨੂੰ ਵਿੱਦਿਆ ਪੜ੍ਹਦੇ ਤੇ ਗੁਰੂ ਮਹਾਰਾਜ ਜੀ ਦਾ ਪਾਠ ਕਰਦੇ ਰਹਿੰਦੇ। ਰਾਤ ਨੂੰ ਗ੍ਰੰਥੀ ਸਾਹਿਬ ਜੀ ਦੀ ਹਰ ਤਰ੍ਹਾਂ ਸੇਵਾ ਕਰਕੇ 9 ਵਜੇ ਬਰਾਤ ਜਾਂਦੇ ਤੇ ਸਵੇਰੇ 2 ਵਜੇ ਉੱਠ ਕੇ ਇਸ਼ਨਾਨ ਕਰਕੇ ਸਿਮਰਨ ਲਈ ਬੈਠ ਜਾਂਦੇ। ਜਲਦੀ ਸਾਰੀ ਫੌਜ ਵਿੱਚ ਆਪ ਨੂੰ ਸਭ ਸਾਧੂ ਦੇ ਨਾਮ ਨਾਲ ਯਾਦ ਕਰਨ ਲੱਗ ਪਏ ਸਨ। ਫਰਵਰੀ 1888 ਵਿੱਚ 54 ਪਲਟਨ ਦੀ ਬਦਲੀ ਕੋਹਾਟ ਤੋਂ ਡੇਰਾ ਗਾਜੀ ਖਾਨ ਹੋ ਗਈ। ਪਲਟਨ ਤੱਕ ਕੋਹਾਟ ਤਨੂੰ ਦੀ ਸੜਕ ਰਸਤੇ ਪੈਦਲ ਪੜਾਅ ਕਰਦੀ ਕਰਦੀ ਡੇਰਾ ਗਾਜੀ ਖਾਨ ਵਿੱਚ ਪੁੱਜੀ। ਪਲਟਨ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਗ੍ਰੰਥੀ ਜੀ 60 ਕੁ ਜਨਾਨੀਆਂ ਤੇ ਬੱਚੇ ਪਹਿਰੇ ਵਿੱਚ ਖੁਸ਼ਹਾਲਗੜ੍ਹ ਤੋਂ ਗਾਜੀ ਘਾਟ ਵੱਲ ਕਿਸ਼ਤੀਆਂ ਵਿੱਚ ਤੁਰੇ। ਸੰਤ ਜੀ ਭਾਈ ਜੋਤ ਸਿੰਘ ਜੀ ਗ੍ਰੰਥੀ ਦੇ ਅਰਦਲੀ ਨਾਲ ਹੀ ਸਨ। ਕਿਸ਼ਤੀਆਂ ਦਰਿਆ ਕੰਢੇ ਰੁੱਖਾਂ ਨਾਲ ਸ਼ਾਮ ਨੂੰ ਬੰਨ੍ਹ ਦਿੱਤੀਆਂ ਜਾਂਦੀਆਂ। ਸੰਤ ਜੀ ਗ੍ਰੰਥੀ ਜੀ ਨੂੰ ਪ੍ਰਸ਼ਾਦਾ ਤਿਆਰ ਕਰਕੇ ਛਕਾਉਂਦੇ ਤੇ ਆਪ ਛਕ ਕੇ ਸਾਰੀ ਸਾਰੀ ਰਾਤ ਦਰਿਆ ਕੰਢੇ ਬੈਠ ਕੇ ਭਜਨ ਕਰਦੇ ਰਹਿੰਦੇ। ਗ੍ਰੰਥੀ ਜੀ ਵੀ ਬਹੁਤ ਭਜਨੀਕ ਸਨ। ਕਈ ਘੰਟੇ ਅਡੋਲ ਧਿਆਨ ਵਿੱਚ ਮਗਨ ਬੈਠੇ ਰਹਿੰਦੇ। ਉਦੋਂ ਚਿਹਰੇ ਪਰ ਇੱਕ ਖਾਸ ਖੜਾਓ ਹੁੰਦਾ। ਇੱਕ ਦਿਨ ਸੰਤ ਜੀ ਨੇ ਪੁੱਛਿਆ, ਬਾਬਾ ਜੀ ਆਪ ਇੰਨਾ ਚਿਰ ਕਿੱਥੇ ਜਾਂਦੇ ਹੋ? ਭਾਈ ਸਾਹਿਬ ਜੀ ਨੇ ਉੱਤਰ ਦਿੱਤਾ ਕਿ ਅਸੀਂ ਆਪਣੇ ਦੇਸ਼ ਜਾਂਦੇ ਹਾਂ। ਸੰਤ ਜੀ ਨੇ ਹੱਥ ਜੋੜ ਕੇ ਬਾਬਾ ਜੀ ਨੂੰ ਬੇਨਤੀ ਕੀਤੀ, ਦਾਸ ਤੇ ਵੀ ਕਿਰਪਾ ਕਰੋ ਤੇ ਪੂਰੀ ਜੁਗਤ ਦੱਸੋ। ਬਾਬਾ ਜੀ ਸੰਤ ਜੀ ਦੀ ਸੇਵਾ ਤੋਂ ਪ੍ਰਸੰਨ ਸਨ ਤੇ ਇਸ ਸਮੇਂ ਦੀ ਉਡੀਕ ਵਿੱਚ ਸਨ। ਬੜੇ ਪ੍ਰੇਮ ਨਾਲ ਸਮਝਾਇਆ ਕਿ ਸ਼ਬਦ ਗੁਰੂ ਮੰਤਰ ਦੇ ਆਸਰੇ ਹੀ ਪੌੜੀ ਪੌੜੀ ਸੁਰਤ ਸ਼ਬਦ ਵਿੱਚ ਲਿਵਲੀਨ ਕਰੀਦੀ ਹੈ। ਫਿਰ ਜੁਗਿਆਸੂ ਨੂੰ ਦੇਹ ਭੁੱਲ ਜਾਂਦੀ ਹੈ ਤੇ ਇਸ ਤੋਂ ਪਰੇ ਹੋ ਕੇ ਸਾਖੀ ਦੇ ਸਰੂਪ ਵਿੱਚ ਮਗਨ ਹੋ ਜਾਈਦਾ ਹੈ। ਅਭਿਆਸ ਕਰਦਿਆਂ ਧਿਆਨ ਸਦਾ ਗੁਰੂ ਮੰਤਰ ਦੇ ਸਰੂਪ ਜਾਂ ਸਤਿਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਚਰਨਾਂ ਵਿੱਚ ਰੱਖੀਦਾ ਹੈ। ਫਿਰ ਬਾਬਾ ਜੀ ਨੇ ਸੰਤਾਂ ਜੀ ਨੂੰ 4 ਪੌੜੀਆਂ ਅਭਿਆਸ ਦੀਆਂ ਖੋਲ੍ਹ ਕੇ ਸਮਝਾਈਆਂ। ਸਿੱਖ ਹਰ ਸਮੇਂ ਸਤਿਗੁਰੂ ਨੂੰ ਹਾਜ਼ਰ ਨਾਜ਼ਰ ਸਮਝ ਕੇ ਅਭਿਆਸ ਕਰੇ। ਜਦੋਂ ਚਿੱਤ ਡੋਲੇ ਪ੍ਰੇਮ ਨਾਲ ਬੇਨਤੀਆਂ ਕਰੇ, ਹਾੜੇ ਕੱਢੇ, ਹੇ ਸੱਚੇ ਪਾਤਸ਼ਾਹ ਤੇਰਾ ਹਾਂ, ਮਾੜਾ ਹਾਂ, ਚੰਗਾ ਹਾਂ, ਮਨੁੱਖ ਜਨਮ ਬਖਸ਼ਿਆ, ਜੇ ਕਿਰਪਾ ਹੋਈ ਹੈ ਤੇ ਅੰਮ੍ਰਿਤ ਦੀ ਦਾਸ਼ ਬਖਸ਼ੀ ਹੈ। ਹੁਣ ਮੇਰਾ ਮਨ ਆਪਣੇ ਚਰਨਾਂ ਵਿੱਚ ਟਿਕਾਉਣ ਦੀ ਮਿਹਰ ਕਰੋ। ਮਾਘ 1944 ਬਿਕਰਮੀ ਵਿੱਚ ਸੰਤ ਜੀ ਦੇ ਪਿਤਾ ਕਰਮ ਸਿੰਘ ਜੀ ਚੜ੍ਹਾਈ ਕਰ ਗਏ। ਪਿੰਡ ਤੋਂ ਚਿੱਠੀ ਆਈ ਤਾਂ ਉੱਤਰ ਦਿੱਤਾ ਕਿ ਘਰ ਆਵਾਂਗਾ। ਸੰਮਤ 1945 ਵਿੱਚ ਫੌਜੀਆਂ ਨੂੰ ਗੰਜਰਵੀ ਹੋਣ ਦਾ ਹੁਕਮ ਆ ਗਿਆ ਤੇ ਆਪ ਨੇ ਵੀ ਆਪਣਾ ਨਾਂ ਰਿਜ਼ਰਵ ਵਿੱਚ ਕਰਵਾ ਲਿਆ। ਫੌਜ ਤੋਂ ਛੁੱਟੀ ਪਾ ਕੇ ਆਪ ਆਪਣੇ ਘਰ ਆ ਗਏ। ਧੰਨ ਧੰਨ ਸ਼੍ਰੀ ਗੁਰੂ ਬਾਬਾ ਅਤਰ ਸਿੰਘ ਜੀ ਮਹਾਰਾਜ ਮਸਤੂਆਣਾ ਸਾਹਿਬ ਵਾਲੇ, ਧੰਨ ਧੰਨ ਉਹਨਾਂ ਦੀ ਸਿੱਖੀ ਤੇ ਧੰਨ ਧੰਨ ਵਿੱਦਿਆ ਦਾ ਪ੍ਰਚਾਰ ਤੇ ਪਸਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।